हेलो एवरीवन, वेलकम टू कॉम्पीटेटिव इंग्लिश। ਅੱਜ ਅਸੀਂ ਬੇਸਿਕ ਟਰਮਸ ਪਾਰਟ 2 ਇੰਗਲਿਸ਼ ਦਾ ਬੇਸਿਕ ਟਰਮਸ ਆਫ ਇੰਗਲਿਸ਼ ਦਾ ਪਾਰਟ 2 ਕਲੌਜ਼ਸ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਿੱਖਾਂਗੇ ਕਿ ਕਲੌਜ਼ਸ ਕੀ ਹੁੰਦੀਆਂ ਨੇ। ਤਾਂ ਕਲੌਜ਼ਸ ਦੀ ਡੈਫੀਨੇਸ਼ਨ ਆਪਾਂ ਲਾਸਟ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਝਲਕ ਦੇ ਵਿੱਚ ਲਾਸਟ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਲੌਜ਼ ਕੀ ਹੁੰਦੀ ਹੈ। ਤਾਂ ਕਲੌਜ਼ ਕੀ ਹੁੰਦੀ ਆ? ਅ ਗਰੁੱਪ ਆਫ ਵਰਡਸ ਆਫ ਡੈਟ include a subject and a verb। ਇੱਕ words ਦਾ ਇਹੋ ਜਿਹਾ ਗਰੁੱਪ ਹੁੰਦਾ ਜਿਸ ਦੇ ਵਿੱਚ ਇੱਕ subject ਹੁੰਦਾ and ਇੱਕ verb ਹੁੰਦਾ ਹੀ ਹੁੰਦਾ। clause is called a subject plus verb combination। ਜਿਹੜੀ ਕਲੌਜ਼ ਹੁੰਦੀ ਹੈ ਇਹਨੂੰ ਕੀ ਕਿਹਾ ਜਾਂਦਾ? ਸਬਜੈਕਟ ਐਂਡ ਵਰਬ ਦਾ ਕੰਬੀਨੇਸ਼ਨ ਕਿਹਾ ਜਾਂਦਾ। ਜਿੱਦਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਸੈਂਟੈਂਸ ਦੇ ਵਿੱਚ ਜਿਹੜਾ ਸਬਜੈਕਟ ਪਲਸ ਵਰਬ ਦੇ ਪਹਿਲਾਂ ਆਪਾਂ ਸਬਜੈਕਟ ਕੀ ਹੁੰਦਾ ਐਂਡ ਵਰਬ ਕੀ ਹੁੰਦਾ ਸਾਰੇ ਜਾਣਦੇ ਹਾਂ, ਪਰ ਫਿਰ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਸਿਰਫ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਧਿਆਨ ਵਿੱਚ ਲਿਆਉਣ ਲਈ ਕਿ ਸਬਜੈਕਟ ਐਂਡ ਵਰਬ ਹੁੰਦਾ ਕੀ ਹੈ। ਤਾਂ ਦੇਖੋ, ਜਿੱਦਾਂ ਆਪਾਂ ਨੂੰ ਪਤਾ ਕਿ ਆਪਾਂ ਕੋਈ ਵੀ ਸੈਂਟੈਂਸ ਬੋਲਦੇ ਹਾਂ, ਸਪੋਜ਼ ਕਰੋ ਆਪਾਂ ਕਹਿੰਦੇ ਹਾਂ ਸ਼ੀ प्लेज फुटबॉल, जे कहिए शी प्लेज फुटबॉल, कुछ भी कह लो, ओके। तो आप कह देंगे तो हुण इहदे विच की है? शी जो एक्शन नू प्रिटेंड कर रहा है, जिहड़ा एक्शन नू प्रिटेंड कर रहा उहनू आपां कह दिंदे हुंदे आ सबजैक्ट। उहनू आपां की कह दिंदे आ? सबजैक्ट कह दिंदे आ। एंड जिहड़ा उस एक्शन जिहड़ा उस दे विच एक्शन हो रहा है, प्लेज प्ले खेडना एक एक्शन हो रहा, खेडना कोई एक्शन है, कोई काम हो रहा, उन्होंने आप कहने वर्ब। एंड जो सबजैक्ट होंगे जो एक्शन कर रहा है, ठीक है, उन्होंने आप सबजैक्ट कह दें या फिर आप की कह दें? डोर। उसे आप की कह दें? डोर कह दें। हाँ जी, नैक्सट की है कहते क्लॉ इन इट कैन बी अ पार्ट ऑफ कंपाउंड और कंपलैक्स सेंटेंस। जी क्लॉज होंगी आ यह पार्ट होंगी आ ਜਾਂ ਤਾਂ ਕੰਪਾਊਂਡ ਸੈਂਟੈਂਸ ਦਾ ਜਾਂ ਕੰਪਲੈਕਸ ਸੈਂਟੈਂਸ ਦਾ। ਇਸ ਟੌਪਿਕ ਨੂੰ ਆਪਾਂ ਅੱਗੇ ਬਹੁਤ ਡਿਟੇਲ ਵਿੱਚ ਪੜਾਂਗੇ। ਸੈਂਟੈਂਸ ਤੁਹਾਨੂੰ ਪਤਾ ਹੈ ਕਿ ਕੀ ਹੁੰਦਾ? ਇੱਕ ਲਾਈਨ ਜਿਸ ਦੇ ਨਾਲ ਆਪਾਂ ਡਿਸਕ੍ਰਾਈਬ ਕਰਦੇ ਹਾਂ ਆਪਣੇ ਵਰਡਸ ਨੂੰ। ਅ ਕਲੌਜ਼ ਕੈਨ ਐਕਟ ਐਜ਼ ਸੈਂਟੈਂਸ ਔਰ ਅ ਪਾਰਟ ਆਫ ਸੈਂਟੈਂਸ। ਤੇ ਕਲੌਜ਼ ਕਹਿੰਦੇ ਖੁਦ ਵੀ ਇੱਕ ਸੈਂਟੈਂਸ ਹੋ ਸਕਦੀ ਹੈ ਪੂਰਾ, ਐਂਡ ਕਲੌਜ਼ ਕਿਸੇ ਸੈਂਟੈਂਸ ਦਾ ਪਾਰਟ ਵੀ ਹੋ ਸਕਦੀ ਹੈ। ਠੀਕ ਹੈ ਜੀ, ਨੈਕਸਟ ਟੌਪਿਕ ਤੇ ਚੱਲਦੇ ਹਾਂ। ਨੈਕਸਟ ਕੀ ਹੈ? ਅੱਗੇ ਦੇਖਦੇ ਹਾਂ ਐਗਜ਼ਾਮਪਲਸ ਆਫ ਕਲੌਜ਼। ਕਲੌਜ਼ ਦੀਆਂ ਕੀ ਐਗਜ਼ਾਮਪਲਸ ਨੇ? ਸਭ ਤੋਂ ਪਹਿਲਾਂ ਦੇਖੋ, ਸ਼ੀ ਡੈਂਸਡ, ਉਹ ਨੱਚਦੀ ਸੀ, ਉਹ ਨੱਚਦੀ ਕੁਛ ਵੀ। ਤਾਂ ਇਹ ਇੱਕ ਆਪਣੇ ਆਪ 'ਚ ਪ੍ਰੋਪਰ ਮੀਨਿੰਗ ਆਪਾਂ ਨੂੰ ਦਿੰਦਾ। ਤਾਂ ਇਟ ਮੀਨਸ ਇਹ ਕੀ ਆ? ਕਲੌਜ਼। ਇਹ ਕਲੌਜ਼ ਆਪਾਂ ਨੂੰ ਪੂਰਾ ਮੀਨਿੰਗ ਦੇ ਰਹੀ ਹੈ। ਦ ਟ੍ਰੇਨ ਵਾਜ਼ ਲੇਟ, ਇਸ ਦੇ ਵਿੱਚ ਦੇਖੋ ਦ ਟ੍ਰੇਨ ਕੀ ਹੈ? ਸਬਜੈਕਟ, ਐਂਡ ਵਾਜ਼ ਕੀ ਹੈ? ਵਰਬ। ਠੀਕ ਹੈ, ਤਾਂ ਵਰਬ। ਤਾਂ ਇਹਦਾ ਮਤਲਬ ਕੀ ਹੈ? ਦ ਟ੍ਰੇਨ ਵਾਜ਼ ਲੇਟ, ਇਟ ਮੀਨਸ ਇਹ ਇੱਕ ਸਬਜੈਕਟ ਵੀ ਹੈ, ਇਸ ਦੇ ਵਿੱਚ ਇੱਕ ਵਰਬ ਵੀ ਹੈ, ਐਂਡ ਇਹ ਕੀ ਹੈ? ਸਾਡੀ ਕਲੌਜ਼। ਆਈ ਪਲੇ ਫੁੱਟਬਾਲ, ਮੈਂ ਫੁੱਟਬਾਲ ਖੇਡਦਾ ਹਾਂ। ਆਈ ਸਬਜੈਕਟ ਹੈ, ਪਲੇ ਵਰਬ ਹੈ, ਐਂਡ ਫੁੱਟਬਾਲ ਆਪਾਂ ਕਹਿ ਦਈਏ ਅਦਰ ਵਰਡ ਜਾਂ ਆਬਜੈਕਟ। ਤਾਂ ਇਟ ਮੀਨਸ ਕੀ ਹੈ ਕਿ ਇਹ ਵੀ ਇੱਕ ਪੂਰਾ ਮੀਨਿੰਗ ਦੇ ਰਿਹਾ। ਆਈ ਪਲੇ ਫੁੱਟਬਾਲ, ਆਪਾਂ ਨੂੰ ਮੀਨਿੰਗ ਸਮਝ ਆ ਰਿਹਾ, ਸਬਜੈਕਟ ਵੀ ਹੈ, ਵਰਬ ਵੀ ਹੈ, ਤਾਂ ਇਹ ਕੀ ਹੈ? ਇੱਕ ਕਲੌਜ਼। ਸੀਮਾ सब्जेक्ट हो गया, ड्रिंक्स वर्ब हो गया, एंड वाटर की हो गया? अदर वर्ड। तो इट मीन्स की है? सीमा ड्रिंक्स वाटर, ये भी एक की है? क्लॉज। टाइप्स ऑफ क्लॉज। तो क्लॉज किन्नी तरह दी होंदियां ने? क्लॉज दो तरह दी होंदियां ने, इंडिपेंडेंट क्लॉज एंड डिपेंडेंट क्लॉज। इंडिपेंडेंट क्लॉज किहड़ी हुंदी आ एंड डिपेंडेंट क्लॉज किहड़ी हुंदी आ, इस दे बारे असीं अगे जानते हैं। जो इंडिपेंडेंट क्लॉज हुंदी है गाइस, इंडिपेंडेंट क्लॉज उस क्लॉज में कहा जाता है अ ग्रुप ऑफ वर्ड्स दैट कंटेन्स अ सब्जेक्ट एंड वर्ब और प्रेडिकेट। तो की इनू कहा जाता जिस दे विच एक सब्जेक्ट हुंदा, एक वर्ब हुंदा, सानू ऑलरेडी इस गल दा पता है। एंड ए वर्ब भी हो सकता है जब प्रेडिकेट। प्रेडिकेट की हुंदा? जिस दे विच वर्ब दे नाल कोई अदर वर्ड या ऑब्जेक्ट होवे। इट एक्सप्रैस अ कंप्लीट थॉट। ये जिहड़ी हुंदी आ ना, जिहड़ी ए वाली क्लॉज है इंडिपेंडेंट, इस दे विच एक कंप्लीट थॉट हुंदा। इट कैन स्टैंड अलोन, यह कल्ली भी खड़ सकती है, मतलब ये कल्ली ही हो सकती है क्योंकि ये एक प्रॉपर मीनिंग दिंदी है।
आओ समझते हैं इसलिए एग्जाम्पल्स तो। एग्जाम्पल्स ऑफ इंडिपेंडेंट क्लॉज। तो देखो सब तो पहला की आ, जॉन इज अ डॉक्टर। जॉन इज अ डॉक्टर, ਇਹਦੇ ਵਿੱਚ ਕੀ ਹੈ, ਜੌਨ ਕੀ ਹੈ ਸਬਜੈਕਟ, ਇਜ਼ ਕੀ ਹੈ ਵਰਬ। ਤਾਂ ਇਟ ਮੀਨਸ ਇਹ ਕਲੌਜ਼ ਹੈ ਕਿਉਂਕਿ ਇਸ ਦੇ ਵਿੱਚ ਇੱਕ ਸਬਜੈਕਟ ਐਂਡ ਇੱਕ ਵਰਬ ਹੈ। ਪਰ ਅੱਗੇ ਦੇਖੋ ਅ ਡਾਕਟਰ, ਜੌਨ ਇਜ਼ ਅ ਡਾਕਟਰ, ਅਗਰ ਆਪਾਂ ਪੂਰਾ ਦੇਖੀਏ ਕਿ ਜੌਨ ਇੱਕ ਡਾਕਟਰ ਹੈ ਤਾਂ ਇਹ ਆਪਾਂ ਨੂੰ ਪੂਰਾ ਮੀਨਿੰਗ ਦੇ ਰਿਹਾ। ਤਾਂ ਇਟ ਮੀਨਸ ਇਹ ਕਿਹੜੀ ਕਲੌਜ਼ ਆ, ਇੰਡੀਪੈਂਡੈਂਟ ਕਲੌਜ਼। ਅੱਗੇ ਦੇਖੋ ਦੇ ਕੀ ਹੈ ਸਬਜੈਕਟ, ਵਰਕ ਕੀ ਹੈ ਵਰਬ। in marketing department, in marketing department एक अदर वर्ड कह सकते हैं ਜਾਂ predicate कह लो, सॉरी ऑब्जेक्ट कह लो। they work in marketing department। अगर आप इसको पूरा पढ़ के देखते हैं तो ये किहड़ी क्लॉज बन रही है, इंडिपेंडेंट क्लॉज। तो इंडिपेंडेंट जिहड़ी क्लॉज है गाइज इहनूं आपां प्रिंसीपल क्लॉज भी कहने आ। ये गल मैं लिखना भुल गई सी, तुसीं याद रखनी है। इसनूं ही आपां मेन क्लॉज भी कहने आ, ठीक है जी। इंडिपेंडेंट के दो नाम होर ने, प्रिंसीपल क्लॉज और मेन क्लॉज। इन्हां दोनों क्लॉजेस दे विच अगे देखो ही एक सब्जेक्ट है एंड स्टेज वर्ब हो गया। इट मीनस ये की एक क्लॉज। अगर आपां इस दे अगे वाले नूं देखिए एट होम, ही स्टेज एट होम, ओह घर रहिंदा है। तो इट मीन ये पूरा मीनिंग आपां नूं दे रहा। तो किहड़ी क्लॉज आ, इंडिपेंडेंट क्लॉज या मेन क्लॉज। उस तो अगे देखो मदर, मदर एक सब्जेक्ट हो गया, सॉरी कुक्स वर्ब हो गया एंड फूड कोई ऑब्जेक्ट या अदर वर्ड हो गया। अगर आप इन्हां नूं इकट्ठे पढ़ीए, मदर कुक्स फूड, माता खाना बनाउंदी है, तो यह भी एक प्रॉपर मीनिंग आपां नूं दे रहा। तो इट मीन जे किहड़ी क्लॉज आ, इंडिपेंडेंट क्लॉज। तो हुण तुहानूं पता लग गया कि जो सानू फुल मीनिंग दिंदी है, जो कल्ली खड़ सकती है, आपां इस दे लई एक एग्जाम्पल ये लै सकते हैं कि जिद्दां पेरेंट्स एंड बच्चे हुंदे आ, जिद्दां पेरेंट्स एंड बच्चे हुंदे आ, की हुंदा एक फैमिली आ सपोज करो, उस दे विच की हुंदे आ, पेरेंट्स हुंदे आ एंड बच्चे ने। तो आपां नूं की पता है कि जिहड़े पेरेंट्स हुंदे ने वो इंडिपेंडेंट ने, वो खुद दा काम खुद कर सकते हैं, उन्हां नूं किसी ते डिपेंड दी लोड़ नहीं, अपना खाना भी खुद बनाउंदे आ, अपना काम भी खुद करते हैं। एंड जो छोटे बच्चे ने उन्हां नाल वो उन्हां ते डिपेंड करते हैं। तो आप इसनूं एक ट्रिक के माध्यम नाल याद रख सकते हैं कि पेरेंट्स हुंदे ने इंडिपेंडेंट क्लॉज एंड जो बच्चे ने उन्हां दे चिल्ड्रन ने वो उन्हां ते डिपेंड करते हैं। तो उन्होंने आपां कह दिंदे आ डिपेंडेंट क्लॉज, क्योंकि वो अपना काम खुद नहीं कर सकते, वो छोटे ने ना, इसलिए वो की ने डिपेंडेंट ने। तो आप इस लिए किहदी एग्जाम्पल रखांगे, फैमिली दी, जिस दे विच पेरेंट्स की ने एक इंडिपेंडेंट क्लॉज हुंदे ने एंड बच्चे की हुंदे ने डिपेंडेंट क्लॉज हुंदे ने। हाँ जी, अगे देखते हैं आपां डिपेंडेंट क्लॉज। तो हुण आपां की देख रहे हैं, डिपेंडेंट क्लॉज यानी कि आपां बच्चों बारे पढ़ रहे हैं। हाँ जी, डिपेंडेंट क्लॉज ऑल्सो नोन एज सबॉर्डीनेट क्लॉज। तो कहते जी डिपेंडेंट क्लॉज है इनू असी सबॉर्डीनेट क्लॉज के नाम नाल भी जानते हैं। ये की हुंदी है, ग्रुप ऑफ वर्ड्स दैट कंटेन्स अ सब्जेक्ट एंड अ वर्ब। तो कहते ये भी एक ग्रुप ऑफ वर्ड्स हुंदा जिस दे विच एक सब्जेक्ट हुंदा एंड एक वर्ब हुंदा। इट डज नॉट एक्सप्रैस अ कंप्लीट थॉट। पर जिहड़ी ये वाली क्लॉज है ये सानू कंप्लीट थॉट नहीं दिंदी, इस दे विच कोई कंप्लीट थॉट ये सानू नहीं दिंदी। जिस तरह वो सानू दसदी सी कि जॉन एक डॉक्टर है, माता खाना बनाउंदी है। इट कैन बी, आगे देखो, इट कैन बी यूज्ड एज अ नाउन, एडवर्ब एंड एडजेक्टिव। जिहड़ी ये क्लॉज आ यह एक नाउन भी दे नाल भी खड़ दी जगह ते भी यूज हो सकती है, एडवर्ब की तरह भी एंड एडजेक्टिव के नाल भी इसनूं यूज होना पै सकता है। तो उस तो बाद इट नीड्स एंड ऑलवेज इट नीड्स एन आना सी इत्थे, इट नीड्स एन इंडिपेंडेंट क्लॉज टू कंप्लीट इट्स मीनिंग। इसनूं अपना मतलब कि मीनिंग दस्सण दे लई, अपना मीनिंग प्रूफ करन दे लई, पूरा कंप्लीट होने दे लई इंडिपेंडेंट क्लॉज की जिहड़ी की है जरूरत हुंदी है। हाँ जी, अगे देखते हैं एग्जाम्पल्स ने इसदियां। चलो देखो की कहते हैं, बिकॉज दे आर फ्री, बिकॉज दे आर फ्री की मतलब होया इसका, कोई मतलब निकलिया।
देखो ਇਹਦੇ ਵਿੱਚ ਵੀ ਦੇ ਸਬਜੈਕਟ ਹੈ, ठीक है, आर वर्ब है, तो एक क्लॉज तो है, एक क्लॉज है, बट बिकॉज दे आर फ्री, पर वो फ्री क्योंकि वो फ्री, ਇਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ, ਆਪਾਂ ਨੂੰ ਕੁਝ ਨਹੀਂ ਦੱਸਿਆ ਕਿ ਕੀ ਫ੍ਰੀ, ਕੁਝ ਪਤਾ ਨਹੀਂ, ਪਤਾ ਲੱਗ ਰਿਹਾ। ਅੱਗੇ ਦੇਖੋ ਇਫ ਯੂ ਵਿਨ ਦ ਮੈਚ, ਇਫ ਯੂ ਵਿਨ ਦ ਮੈਚ, ਅੱਗੇ ਦੇਖੋ ਯੂ ਇਹਦੇ ਵਿੱਚ ਸਬਜੈਕਟ ਵੀ ਹੈ, ਵਿਨ ਵਰਬ ਵੀ ਹੈ, ठीक है, पर इफ यू विन द मैच, जेकर तुसी मैच जितोगे, ठीक है, जेकर तुसी मैच जितदे जो कुछ भी कह लो तो आपां की कहांगे कि आपां नूं प्रॉपर मीनिंग नहीं दे रहा। ये किहड़ी क्लॉज आ? डिपेंडेंट क्लॉज, मीनस कि यह पेरेंट्स नहीं है, यह चिल्ड्रन है, सॉरी ये चिल्ड्रन ने जिन्होंने अपने मतलब पेरेंट्स ते जा इंडिपेंडेंट क्लॉज इन्हां नाल अगर कोई आके जुड़ जाऊगी जां इन्हां दे नाल आके इन्हां दे पेरेंट्स खड़ जाणगे तां ये कंप्लीट हो जाणगे। वैन शी वॉज सिक, अगे देखो शी सब्जेक्ट भी है, वॉज वर्ब है, पर एक क्लॉज है, की होगी ये क्लॉज। पर अगर आप कहिए वैन शी वॉज सिक, आपां नूं कोई प्रॉपर मीनिंग नहीं दे रहा, तां आपां इसनूं की कहांगे? डिपेंडेंट क्लॉज। आगे देख, अगे गाइज आफ्टर द डिनर, तो देखो आफ्टर द डिनर ये सानू कोई प्रॉपर मीनिंग नहीं दे रहा, तो इट मीनस ये भी एक की आ डिपेंडेंट क्लॉज। हाँ जी, अगे देखो जेडे ये आ जाते ने, देखो जिदा बर्ड्स ने इनू सबॉर्डीनेट क्लॉज क्यों कहा जाता, जिमें देखो बर्ड्स, बिकॉज, इफ, वैन, आफ्टर, ये सारे सबॉर्डीनेट कंजक्शन ने, इस करके इन्हों सबॉर्डीनेट क्लॉज कहा जाता। जिमें अगर आप इन्हों कंप्लीट कर दिए, आप कहिए वी विल गो फॉर वॉक, वी विल गो फॉर वॉक आफ्टर द डिनर, ठीक है, तो आप सपोज करो इस दे अगे कोई वी विल गो फॉर वॉक लगा दिए, तो वॉक लिखना रह गया सी, सॉरी, आफ्टर द डिनर। तो देखो पहला जो आफ्टर द डिनर सी ये कोई आपां नूं प्रॉपर मीनिंग नहीं दे रहा सी, बट अगर उसके अगे एक आपां डिपेंडेंट क्लॉज जिस दे विच एक सबजैक्ट है, एक वर्ब है, जिसका खुद का एक मीनिंग है, वी विल गो फॉर वॉक एक इंडिपेंडेंट क्लॉज जिसका मीनिंग है पर लगाती आफ्टर द डिनर, वी विल लिखा वी विल गो फॉर वॉक आफ्टर द डिनर, आप वॉक करन जावांगे खाना खान तो बाद, ना एक प्रॉपर मीनिंग सानू देन लग गया, क्योंकि एक इंडिपेंडेंट क्लॉज प्लस डिपेंडेंट क्लॉज की बन जाते हैं, प्रॉपर मीनिंग सानू देन लग जाते हैं। तो ਇਹਦਾ मतलब की है? ਇਹਦਾ मतलब की है कि ਜਿਹੜਾ ਇਹਦੇ ਵਿੱਚ आफ्टर है ये एक दोवां नू जोड़न दा काम कर रहा, एक सबॉर्डीनेट कंजक्शन की तरह इत्थे काम कर रहा। सेम इदा ही ये वाले जेडे वर्ड्स ने अगर आप इन्हों कंप्लीट करांगे, सोचो कि कहते वैन शी वॉज सिक टीचर गेव हर एग्जाम, गेव द एग्जाम, हर टीचर गेव द एग्जाम, तो मतलब आप उसनू अगे आप अगर आप इसनू अगे भी लगा देंगे, हर टीचर गेव द एग्जाम वैन शी वॉज सिक, टीचर ने एग्जाम कदों दिता, पेपर कदों दिता, जदों वो बीमार सी। हाँ जी, अगे साडियां आ जांदियां ने क्लॉजेस, देखो जिद्दां कि आप पहले ही एक बार क्विक रिविजन दे विच देखिए कि क्लॉजेस तुसीं पढ़ चुके हो, जिसका एक सबजैक्ट हुंदा, एक वर्ब हुंदा। उस तो बाद क्लॉजेस टू टाइप दियां ने, डिपेंडेंट एंड इंडिपेंडेंट। इंडिपेंडेंट नूं आपां पेरेंट्स समझ लैंदे आ, डिपेंडेंट नूं आपां बच्चे समझ लैंदे आ, किड्स समझ लैंदे आ। तो जी डिपेंडेंट क्लॉज आ राजे, जां आपां कहिए कि जेडे ये डिपेंडेंट क्लॉज आ जां सबॉर्डीनेट क्लॉज है, ये भी अगे तीन तरह की हुंदी है। किन्ने तरह की हुंदी है? तीन तरह की, नाउन क्लॉज, एडवर्ब क्लॉज एंड एडजैक्टिव क्लॉज। हुण आपां अगे इहदे बारे पढ़ांगे। चलो सब तो पहला शुरू करते हैं आपां नाउन क्लॉज तो। नाउन क्लॉज की हुंदी है? कहंदे इट वर्क्स लाइक नाउन इन अ सेंटेंस, ये किसी सेंटेंस दे विच काम करदी है नाउन दी तरह। तो नाउन की हुंदा सबनू पता, नाउन मीनस एनी नेम, नाउन मीनस एनी नेम। फिर वो नाम चाहे किसी परसन का होवे, नाम आप शुरू तो पढ़ते आने हैं पंजाबी विच, नाम की हुंदा है उसनों इंग्लिश विच की कहते हैं? नाउन। तो नाउन की हुंदा राजे? कोई भी नेम हुंदा, जिवें किसी परसन का, एनीमल का, बर्ड का, कुछ भी कह लो, किसी चीज़ का, किसी जगह का, तो सारे वो की हुंदे ने? नाउन।
ਤਾਂ ਨਾਊਨ ਕਲੌਜ਼ ਦੇ ਅੱਗੇ ਨਾਊਨ ਕਲੌਜ਼ ਦੀ ਪਹਿਚਾਣ ਕਿੱਥੋਂ ਹੁੰਦੀ ਆ, ਜਦੋਂ ਤੁਹਾਨੂੰ ਇਹ ਵਰਡਸ ਉਸਦੇ ਕਿਸੇ ਕਲੌਜ਼ ਦੇ ਅੱਗੇ ਲੱਗੇ ਮਿਲ ਜਾਣ। ਹਾਊ, ਡੈਟ, ਵਾਟ, ਵਟਐਵਰ, ਵੈਨ, ਵੈਦਰ, ਵਿਚ, ਹੂ, ਹੂਐਵਰ, ਹੂਮ, whomever, why। ਇਹ ਵਰਡਸ ਜਦੋਂ ਸਾਨੂੰ ਆਪਣੇ ਕਿਸੇ ਵੀ ਉਹਦੇ ਲੱਗੇ ਮਿਲ ਜਾਣ ਨਾ ਇਨ ਕਲੌਜ਼ ਦੇ ਅੱਗੇ, ਤਾਂ ਇਟ ਮੀਨ ਜੋ ਕਿਹੜੀ ਕਲੌਜ਼ ਹੁੰਦੀ ਆ, ਨਾਊਨ ਕਲੌਜ਼ ਹੁੰਦੀ ਆ। ਚਲੋ ਐਗਜ਼ਾਮਪਲ ਨਾਲ ਸਮਝੀਏ। ਇੱਦਾਂ ਤਾਂ ਸਮਝ ਨਹੀਂ ਆਇਆ ਮੈਡਮ, ਚਲੋ ਜੀ ਐਗਜ਼ਾਮਪਲ ਦਿੰਦੇ ਆ। ਐਗਜ਼ਾਮਪਲਸ ਦੇ ਵਿੱਚ ਦੇਖੋ, ਯੂ ਕੈਨ ਈਟ ਵਟ ਐਵਰ ਯੂ ਵਾਂਟ। ਹੁਣ ਇਹਦੇ ਵਿੱਚ ਦੇਖੋ ਕੀ ਹੈ, ਯੂ ਕੀ ਹੋ ਗਿਆ, ਇੱਕ ਸਬਜੈਕਟ ਹੋ ਗਿਆ, ਕੈਨ ਕੀ ਹੋ ਗਿਆ, ਇੱਕ ਕੈਨ ਈਟ ਕੀ ਹੋ ਗਿਆ, ਇੱਕ ਵਰਬ ਹੋ ਗਿਆ। ਠੀਕ ਹੈ ਜੀ, ਤਾਂ ਇਹ ਕੀ ਹੋ ਗਈ, ਇੱਕ ਕਲੌਜ਼ ਹੋ ਗਈ। ਯੂ ਕੈਨ ਈਟ, ਅਗਰ ਆਪਾਂ ਦੇਖੀਏ ਵਟ ਐਵਰ ਯੂ ਵਾਂਟ, ਅਗਰ ਆਪਾਂ ਇਸ ਚੀਜ਼ ਨੂੰ ਦੇਖੀਏ ਵਟ ਐਵਰ ਯੂ ਵਾਂਟ, ਵਟ ਐਵਰ ਯੂ ਵਾਂਟ, ਕੀ ਇਸ ਦਾ ਕੋਈ ਮੀਨਿੰਗ ਹੈ ਜੋ ਤੁਸੀਂ ਚਾਹੁੰਦੇ ਹੋ? ਕੀ ਚਾਹੁੰਦੇ ਹੋ? ਯੂ ਕੈਨ ਈਟ, ਠੀਕ ਹੈ, ਕਹਿੰਦੇ ਤੁਸੀਂ ਖਾ ਸਕਦੇ ਹੋ, ਇਹਦਾ ਇੱਕ ਪ੍ਰੋਪਰ ਮੀਨਿੰਗ ਨਿਕਲ ਰਿਹਾ ਹੈ, ਤੁਸੀਂ ਖਾ ਸਕਦੇ ਹੋ। ਕੀ ਖਾ ਸਕਦੇ ਹੋ? ਵਟ ਐਵਰ ਯੂ ਵਾਂਟ। ਇਸ ਦੇ ਨਾਲ ਮਿਲ ਕੇ ਦੇਖੋ, ਇਹ ਨਾਊਨ ਕਲੌਜ਼ ਇਸ ਦੇ ਨਾਲ ਮਿਲ ਕੇ ਕੀ ਬਣ ਗਈ, ਇੱਕ, ਜਿਸ ਤਰ੍ਹਾਂ ਇਹ ਸਬਜੈਕਟ ਬਾਰੇ ਦੱਸਦੀ ਹੈ। ਦੇਖੋ, ਇੱਕ ਸਬਜੈਕਟ ਦੇ ਬਾਰੇ ਇਹ ਗੱਲ ਦੱਸ ਰਹੀ ਹੈ ਕਿ ਤੁਸੀਂ ਖਾ ਸਕਦੇ ਹੋ ਜੋ ਤੁਹਾਨੂੰ ਚਾਹੀਦਾ ਹੈ, ਠੀਕ ਹੈ, ਜੋ ਵੀ ਤੁਸੀਂ ਚਾਹੁੰਦੇ ਹੋ। ਤਾਂ ਇਹ ਇੱਕ ਸਬਜੈਕਟ ਬਾਰੇ ਗੱਲ ਕਰ ਰਹੀ ਹੈ, ਤਾਂ ਇਹ ਕਿਹੜੀ ਹੋਗੀ, ਸਬਜੈਕਟ ਕਲੌਜ਼। ਇਸ ਨੂੰ ਆਪਾਂ ਇੱਕ ਸਬਜੈਕਟ ਕਲੌਜ਼ ਦੀ ਤਰ੍ਹਾਂ ਹੀ ਕਹਾਂਗੇ ਕਿ ਇਹ ਨਾਊਨ ਦੀ ਸਬਜੈਕਟ ਕਲੌਜ਼ ਹੈ। ਠੀਕ ਹੈ ਜੀ, ਉਸ ਤੋਂ ਅੱਗੇ ਦੇਖੋ, ਵੀ ਸਬਜੈਕਟ ਹੋ ਗਿਆ, ਬਿਲੀਵ ਵਰਬ ਹੋ ਗਿਆ। ਅਸੀਂ ਵਿਸ਼ਵਾਸ ਕਰਦੇ ਹਾਂ, ਅਸੀਂ ਵਿਸ਼ਵਾਸ ਕਰਦੇ ਹਾਂ, ਇੱਕ ਆਪਣੇ ਆਪ 'ਚ ਪੂਰਾ ਹੈ। ਬਟ ਦੇਖੋ ਅੱਗੇ, ਡੈਟ ਦੇ ਆਰ ਲੋਇਲ, ਡੈਟ ਦੇ ਆਰ ਲੋਇਲ, ਕੀ ਡੈਟ ਦੇ ਆਰ ਲੋਇਲ ਕੋਈ ਵਰਡ ਹੈ? ਇਸ ਦਾ ਕੋਈ ਮੀਨਿੰਗ ਨਿਕਲ ਰਿਹਾ? ਨੋ। ਤਾਂ ਆਪਾਂ ਕੀ ਦੇਖਿਆ, ਇਸ ਦੇ ਅੱਗੇ ਡੈਟ ਲੱਗਿਆ, ਤਾਂ ਇਹ ਕੀ ਆ, ਅੱਗੇ ਦੇਖੋ ਦੇ ਹੈਗਾ ਸਬਜੈਕਟ, ਆਰ ਹੈਗਾ ਵਰਬ, ਤਾਂ ਇਹ ਇੱਕ ਕਲੌਜ਼ ਹੈ ਆਲਰੇਡੀ। ਠੀਕ ਹੈ ਜੀ, ਇੱਕ ਕਲੌਜ਼ ਹੈ। ਬਟ ਡੈਟ ਦੇ ਆਰ ਲੋਇਲ, ਇਸ ਦਾ ਕੋਈ ਮੀਨਿੰਗ ਨਹੀਂ ਹੈ, ਤਾਂ ਇਹ ਕਿਹੜੀ ਕਲੌਜ਼ ਹੈ? ਡਿਪੈਂਡੈਂਟ ਕਲੌਜ਼ ਹੈ। ਠੀਕ ਹੈ, ਡੈਟ ਲੱਗਿਆ ਤਾਂ ਇਟ ਮੀਨਸ ਇਹ ਨਾਊਨ ਕਲੌਜ਼ ਹੈ। ਠੀਕ ਹੈ, ਤਾਂ ਇਹ ਕਿਹੜੀ ਕਲੌਜ਼ ਹੈ? ਨਾਊਨ ਕਲੌਜ਼ ਹੈ। ਤੇ ਕਿਹਨੂੰ ਕੰਪਲੀਟ ਕਰ ਰਹੀ ਆ? ਵੀ ਬਿਲੀਵ ਡੈਟ ਦੇ ਆਰ ਲੋਇਲ। ਠੀਕ ਹੈ ਜੀ, ਉਸ ਤੋਂ ਅੱਗੇ ਦੇਖੋ, ਆਈ ਡੋਂਟ ਨੋ ਵੇਅਰ ਦੇ ਆਰ ਗੋਇੰਗ, ਆਈ ਸਬਜੈਕਟ ਹੋ ਗਿਆ, ਡੋਂਟ ਨੋ ਵਰਬ ਹੋ ਗਿਆ। ਅਗਰ ਆਪਾਂ ਦੇਖੀਏ ਵੇਅਰ, ਵੇਅਰ ਸਾਨੇ ਹੁਣੀ ਪੜ੍ਹਿਆ, ਅਸੀਂ ਹੁਣੀ ਪੜ੍ਹਿਆ ਕਿ ਅਸੀਂ ਕੀ ਪੜ੍ਹਿਆ ਸੀ ਕਿ ਜਿਹੜੇ ਵਰਡਸ ਨੇ ਵੇਅਰ, ਵਟਐਵਰ, ਦੈਟ, ਡੈਟ, ਹੂਮ, ਸੌਰੀ, ਠੀਕ ਹੈ, ਇਹ ਜੋ ਵੀ ਆਪਾਂ ਪੜ੍ਹੇ ਸੀ, ਇਹ ਜਿਹੜੇ ਵਰਡਸ ਸੀਗੇ ਵੈਦਰ, ਇਹ ਵਰਡਸ ਜਿਹੜੇ ਅਗਰ ਲੱਗੇ ਹੋਣਗੇ ਤਾਂ ਉਹ ਕਿਹੜੀ ਕਲੌਜ਼ ਹੁੰਦੀ ਆ? ਨਾਊਨ ਕਲੌਜ਼। ਦੇਅਰ ਇਜ਼ ਨੋ ਲੌਜਿਕ, ਦੇਅਰ ਇਜ਼ ਨੋ ਲੌਜਿਕ ਵਟ ਦੇ ਸੇ, ਵਟ ਦੇ ਸੇ, ਇੱਕ ਨਾਊਨ ਕਲੌਜ਼, ਕਿਉਂਕਿ ਇਸ ਦੇ ਅੱਗੇ ਵਟ ਲੱਗਿਆ, ਇਹ ਨਾਊਨ ਕਲੌਜ਼ ਹੈ। ਓਬਵੀਅਸਲੀ ਹੈ ਕਿ ਇਹਦੇ ਵਿੱਚ ਇੱਕ ਸਬਜੈਕਟ ਐਂਡ ਇੱਕ ਵਰਬ ਆ, ਪਰ ਇਹ ਪ੍ਰੋਪਰ ਮੀਨਿੰਗ ਨਹੀਂ ਦੇ ਰਹੀ, ਤਾਂ ਇਹ ਕਿਹੜੀ ਆ? ਡਿਪੈਂਡੈਂਟ ਕਲੌਜ਼ ਹੈ। ਠੀਕ ਹੈ ਜੀ, ਨਾਊਨ ਕਲੌਜ਼ ਦੀਆਂ ਐਗਜ਼ਾਮਪਲਸ ਸਾਨੂੰ ਸਮਝ ਆ ਗਈਆਂ। ਅੱਗੇ ਚੱਲਦੇ ਹਾਂ ਜੀ, ਅੱਗੇ ਆਪਾਂ ਪੜ੍ਹਦੇ ਹਾਂ ਐਡਜੈਕਟਿਵ ਕਲੌਜ਼। ਐਡਜੈਕਟਿਵ ਕਲੌਜ਼ ਨੂੰ ਰਿਲੇਟਿਵ ਕਲੌਜ਼ ਵੀ ਕਿਹਾ ਜਾਂਦਾ ਹੈ। ਇਹਨੂੰ ਐਡਜੈਕਟਿਵ ਕਲੌਜ਼ ਨੂੰ ਰਿਲੇਟਿਵ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਕਿਸੇ ਨਾਊਨ ਜਾਂ ਪ੍ਰੋਨਾਊਨ ਨੂੰ ਡਿਸਕ੍ਰਾਈਬ ਕਰਦੀ ਹੈ। ਸਪੋਜ਼ ਕਰੋ ਕੋਈ ਵਰਡ ਹੈ, ਕੋਈ ਉਸ ਆਪਾਂ ਨੂੰ ਇੱਕ ਸੈਂਟੈਂਸ ਦੇ ਵਿੱਚ ਜੋ ਵੀ ਨਾਊਨ ਜਾਂ ਪ੍ਰੋਨਾਊਨ ਹੋਊਗਾ ਉਹਨੂੰ ਚੰਗੀ ਤਰ੍ਹਾਂ ਅੱਗੇ ਡਿਸਕ੍ਰਾਈਬ ਕਰਨ ਲਈ, ਉਹ ਕਿਹੋ ਜਿਹਾ ਉਹ ਨਾਊਨ ਬਾਰੇ ਦੱਸਣ ਲਈ, ਹੋਰ ਜ਼ਿਆਦਾ ਆਪਾਂ ਨੂੰ ਡਿਟੇਲ ਦੇਣ ਲਈ ਜਾਂ ਪ੍ਰੋਨਾਊਨ ਬਾਰੇ ਡਿਟੇਲ ਦੇਣ ਲਈ ਇਹ ਜਿਹੜੀ ਕਲੌਜ਼ ਆ ਇਹ ਕੰਮ ਕਰਦੀ ਹੈ। ਲੈਟਸ ਸੀ ਇਨ ਐਗਜ਼ਾਮਪਲਸ, ਦ ਫਲਾਰ, ਦ ਫਲਾਰ ਕੀ ਹੈ? ਓਬਵੀਅਸਲੀ ਇੱਕ ਸਬਜੈਕਟ ਹੈ। ਡੈਟ ਵੀ ਪਿਕਡ ਅਪ ਲਾਸਟ ਵੀਕ ਹੈਵ ਡਾਈਡ, ਡੈਟ ਵੀ ਪਿਕਡ ਅਪ ਲਾਸਟ ਵੀਕ, ਇਹ ਇੱਕ ਫਰੇਜ਼, ਸੌਰੀ ਕਲੌਜ਼ ਹੈ। ਠੀਕ ਹੈ, ਹੈਵ ਡਾਈਡ ਇਹ ਇੱਕ ਵਰਬ ਹੈ। ਤਾਂ ਆਪਾਂ ਕੀ ਦੇਖਦੇ ਹਾਂ, ਦ ਫਲਾਰ ਹੈਵ ਡਾਈਡ, ਇਹ ਆਪਣੇ ਆਪ ਵਿੱਚ ਕੰਪਲੀਟ ਹੈ। ਠੀਕ ਹੈ, ਅਗਰ ਆਪਾਂ ਦੇਖੀਏ ਦ ਫਲਾਵਰ, ਦ ਫਲਾਰ ਹੈਵ ਡਾਈਡ, ਫਲਾਰ ਮਰ ਚੁੱਕਾ ਹੈ ਜਾਂ ਮੁਰਝਾ ਚੁੱਕਾ। ਠੀਕ ਹੈ, ਤਾਂ ਇਹ ਇੱਕ ਕੰਪਲੀਟ ਹੈ ਪਰ ਇਨਕੰਪਲੀਟ ਵੀ ਹੈ।
ठीक है जी। इन उसनू अगर आप डिस्क्राइब कर दिए कि किहड़ा फुल, ਆਪਾਂ ਕਹਿ ਦਈਏ ਡੈਟ ਵੀ ਪਿਕਡ ਅਪ ਲਾਸਟ ਵੀਕ, ਜਿਹੜਾ ਅਸੀਂ ਲਾਸਟ ਵੀਕ ਲਿਆਂਦਾ ਸੀ, ਉਹ ਫੁੱਲ, ਤਾਂ ਉਸ ਫੁੱਲ ਬਾਰੇ ਗੱਲ ਕਰ ਰਹੇ ਆ ਨਾ, ਫਲਾਵਰ ਬਾਰੇ ਗੱਲ ਕਰ ਰਹੇ ਆ। ਫਲਾਰ ਕੀ ਸੀ? ਇੱਕ ਸਬਜੈਕਟ, ਇਹ ਕੀ ਹੈ? ਇੱਕ ਨਾउन। ਸਬਜੈਕਟ ਜਾਂ ਤਾਂ ਨਾउन ਹੁੰਦਾ ਜਾਂ ਪ੍ਰੋਨਾउन ਹੁੰਦਾ, ਠੀਕ ਹੈ। ਉਸ ਦੇ ਬਾਰੇ ਗੱਲ ਕਰ ਰਹੇ ਆ, ਨਾ ਹੀ ਕਿਸੇ ਨਾउन ਜਾਂ ਪ੍ਰੋਨਾउन ਬਾਰੇ ਗੱਲ ਕਰ ਰਹੇ ਆ। ਆਪਾਂ ਉੱਪਰ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਉਸ ਨੂੰ ਹੋਰ ਡਿਟੇਲ 'ਚ ਦੱਸਦਾ ਹੈ, ਤਾਂ ਉਹ ਕਿਹੜੀ ਕਲੌਜ਼ ਹੈ? ਐਡਜੈਕਟਿਵ ਕਲੌਜ਼ ਹੈ। ਹਾਂਜੀ, ਅੱਗੇ ਦੇਖੋ ਜੀ। ਮਾਈ ਫਰੈਂਡ ਹੂ ਹੈਜ਼ ਗਲਾਸਿਸ ਵਾਜ਼ਨਟ ਐਟ ਸਕੂਲ ਟੂਡੇ। ਮਾਈ ਫਰੈਂਡ ਸਬਜੈਕਟ, ਵਾਜ਼ਨਟ ਵਰਬ, ਐਟ ਸਕੂਲ ਟੂਡੇ। ਇਸ ਨੂੰ ਵੀ ਅਗਰ ਆਪਾਂ ਦੇਖੀਏ ਕਿ ਮੇਰੀ ਫਰੈਂਡ ਸਕੂਲ ਦੇ ਵਿੱਚ ਅੱਜ ਨਹੀਂ ਸੀ, ਕਿਹੜੀ ਫਰੈਂਡ ਨਹੀਂ ਸੀ? ਅਗਰ ਆਪਾਂ ਉਸ ਨੂੰ ਡਿਟੇਲ ਵਿੱਚ ਅਗਲਾ ਤੁਹਾਨੂੰ ਪੁੱਛੇ ਕਿਹੜੀ ਫਰੈਂਡ ਨਹੀਂ ਸੀ, ਤਾਂ ਆਪਾਂ ਕੀ ਕਹਾਂਗੇ? ਹੂ ਹੈਜ਼ ਗਲਾਸਿਸ, ਜਿਸ ਦੇ ਕੀ ਨੇ? ਗਲਾਸਿਸ ਨੇ। ਤਾਂ ਇਹਦੇ ਵਿੱਚ ਆਪਾਂ ਕੀ ਧਿਆਨ ਰੱਖਣਾ ਹੈ? ਮਾਈ ਫਰੈਂਡ, ਮੇਰੀ ਫਰੈਂਡ ਦੇ ਬਾਰੇ ਡਿਸਕ੍ਰਾਈਬ ਕਰ ਰਿਹਾ ਆਪਾਂ ਨੂੰ। ਇਹ ਨਾउन ਜਾਂ ਪ੍ਰੋਨਾउन, ਇਹ ਸਭ ਤੋਂ ਈਜ਼ੀ ਹੈ। ਨਾउन ਜਾਂ ਪ੍ਰੋਨਾउन ਨੂੰ ਡਿਸਕ੍ਰਾਈਬ ਕਰਦੀ ਹੋਈ ਕਲੌਜ਼ ਹੈ ਇਹ, ਜਿਸ ਨੂੰ ਅਸੀਂ ਕੀ ਕਹਿੰਦੇ ਆ? ਐਡਜੈਕਟਿਵ ਜਾਂ ਰਿਲੇਟਿਵ, ਜਾਂ ਉਹਦੇ ਨਾਲ ਰਿਲੇਸ਼ਨ ਦੱਸਦੀ ਆ, ਉਹਦੇ ਨਾਲ ਰਿਲੇਸ਼ਨ ਬਣਾਉਂਦੀ ਆ ਇਹ ਕਲੌਜ਼, ਨਾउन ਜਾਂ ਪ੍ਰੋਨਾउन ਨਾਲ। ਅੱਗੇ ਦੇਖੋ, ਅੱਗੇ ਕੀ ਆ? ਪੀਪਲ ਹੂ ਆਰ ਸਮਾਰਟ, ਹੂ ਵਾਸ ਸਮਾਰਟ ਜਾਂ ਹੂ ਆਰ ਸਮਾਰਟ ਫੋਲੋ ਦਾ ਰੂਲਸ। ਜਿਹੜੇ ਲੋਕ ਸਮਾਰਟ ਹਨ ਉਹ ਰੂਲਸ ਫੋਲੋ ਕਰਦੇ ਹਨ, ਆਪਣੇ ਆਪ ਵਿੱਚ ਕੰਪਲੀਟ ਹੈ। ਹੂ ਵਾਸ ਸਮਾਰਟ, ਕਿਹੜੇ ਲੋਕ? ਆਪਾਂ ਪੁੱਛੇ ਪੀਪਲ ਆਰ ਸਮਾਰਟ, ਕਹਿਣਗੇ ਕਿਹੜੇ ਪੀਪਲ? ਜਿਹੜੇ ਫੋਲੋ ਦਾ ਰੂਲਸ। ਪੀਪਲ ਫੋਲੋ ਦਾ ਰੂਲਸ, ਤਾਂ ਕਹਿਣਗੇ ਪੀਪਲ ਫੋਲੋ ਦਾ ਰੂਲ। ਕਿਉਂ? ਕਿਹੜੇ ਲੋਕ ਫੋਲੋ ਦਾ ਰੂਲ ਕਰਦੇ ਆ? ਤਾਂ ਆਪਾਂ ਕੀ ਕਹਾਂਗੇ? ਹੂ ਆਰ ਸਮਾਰਟ, ਹੂ ਵਾਸ ਸਮਾਰਟ। ਇੱਥੇ ਆਰ ਆਏਗਾ, ਟਾਈਪਿੰਗ ਮਿਸਟੇਕ ਹੋ ਗਈ, ਸੌਰੀ। ਤਾਂ ਗਾਇਜ਼ ਇੱਦਾਂ ਹੀ ਤੁਹਾਨੂੰ ਹੋ ਸਕਦਾ ਹੈ ਥੋੜ੍ਹੀ ਡਿਫੀਕਲਟੀ ਆਵੇ, ਪਰ ਪੇਪਰ ਦੇ ਵਿੱਚ ਪਛਾਣਨੀ ਬਹੁਤ ਈਜ਼ੀ ਹੋ ਜਾਂਦੀ ਹੈ ਜੇਕਰ ਤੁਸੀਂ ਡਿਟੇਲ ਵਿੱਚ ਪੜ੍ਹਦੇ ਹੋ। ਅਗਰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। ਹਾਂਜੀ, ਅੱਗੇ ਦੇਖੋ ਕਿ ਅੱਗੇ ਕੀ ਹੈ? ਕਹਿੰਦੇ ਜਿਹੜੀ ਇਹ ਹੁੰਦੀ ਹੈ ਨਾ ਐਡਜੈਕਟਿਵ ਕਲੌਜ਼, ਇਹ ਇੱਕ ਰਿਲੇਟਿਵ ਪ੍ਰੋਨਾउन ਨਾਲ ਸਟਾਰਟ ਹੁੰਦੀ ਹੈ। ਰਿਲੇਟਿਵ ਪ੍ਰੋਨਾउन ਨਾਲ ਸਟਾਰਟ ਹੁੰਦੀ ਹੈ ਕਿਵੇਂ? ਆਪਾਂ ਹੁਣੀ ਤਾਂ ਪੜ੍ਹਿਆ, ਡੈਟ, ਵੇਅਰ, ਵੈਨ, ਹੂ, ਹੂਮ, ਹੂਜ਼, ਵਿਚ, ਵਾਈ, ਇਹ ਸਾਰੇ ਰਿਲੇਟਿਵ ਪ੍ਰੋਨਾउंस ਨੇ। ਇਹਨਾਂ ਦੇ ਨਾਲ ਹੀ ਆਪਾਂ ਪਿੱਛੇ ਐਗਜ਼ਾਮਪਲਸ ਦੇਖਿਆ ਨੂੰ ਇਹਨਾਂ ਨਾਲ ਹੀ ਤਾਂ ਸ਼ੁਰੂ ਹੁੰਦੀਆਂ ਸੀ। ਹੂ, ਇੱਥੇ ਵੀ ਹੂ ਸੀ, ਦੇਖੋ ਇੱਥੇ ਵੀ ਹੂ ਸੀ, ਹੈ ਨਾ। ਐਂਡ ਅੱਗੇ ਦੇਖੋ ਡੈਟ ਸੀ, ਹੂ ਸੀ ਐਂਡ ਹੂ ਸੀ, ਤਾਂ ਇਟ ਮੀਨ ਇਹ ਸਹੀ ਹੈ ਕਿ ਇਹ ਕਿਹਦੇ ਨਾਲ ਸ਼ੁਰੂ ਹੁੰਦੀਆਂ ਨੇ? ਰਿਲੇਟਿਵ ਪ੍ਰੋਨਾउंस। ਰਿਲੇਟਿਵ ਪ੍ਰੋਨਾउंस ਕਿਹੜੇ? ਰਿਲੇਟਿਵ ਐਡਜੈਕਟਿਵ ਸੀ, ਸੌਰੀ ਜਿਹੜੀ ਇਹ ਸੀਗੀ ਆਪਣੀ ਕਲੌਜ਼ ਸੀ, ਕੀ ਸੀ? ਇਹ ਆਪਾਂ ਨੂੰ ਡਿਸਕ੍ਰਾਈਬ ਕਰਦੀ ਸੀ ਨਾउन ਜਾਂ ਪ੍ਰੋਨਾउन ਨੂੰ ਹੋਰ ਜ਼ਿਆਦਾ। ਅੱਗੇ ਦੇਖੋ ਗਾਇਜ਼, ਐਡਵਰਬ ਕਲੌਜ਼। ਐਡਵਰਬ ਕਲੌਜ਼ ਕੀ ਹੁੰਦੀ ਆ? ਅ ਕਲੌਜ਼ ਦੈਟ ਫੰਕਸ਼ਨ ਐਜ਼ ਐਨ ਐਡਵਰਬ, ਐਡਵਰਬ ਦੇ ਤਰ੍ਹਾਂ ਜੋ ਕੰਮ ਕਰਦੀ ਹੈ। ਜਿੱਦਾਂ ਕਿ ਤੁਸੀਂ ਪੰਜਾਬੀ ਵਿੱਚ ਨਾउन ਨੂੰ ਨਾਮ ਕਹਿੰਦੇ ਹੋ, ਐਡਜੈਕਟਿਵ ਨੂੰ ਵਿਸ਼ੇਸ਼ਣ ਕਹਿੰਦੇ ਹੋ, ਤਾਂ ਐਡਵਰਬ ਕੀ ਹੁੰਦਾ ਹੈ? ਜੋ ਨਾਮ, ਜਿਹੜਾ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ, ਉਹ ਹੁੰਦਾ ਆਪਣਾ ਐਡਜੈਕਟਿਵ ਵਿਸ਼ੇਸ਼ਣ। ਜਿਹੜਾ ਕਿਸੇ ਵਰਬ ਜਾਂ ਕਿਸੇ ਐਡਜੈਕਟਿਵ ਜਾਂ ਕਿਸੇ ਐਡਵਰਬ ਬਾਰੇ ਡਿਸਕ੍ਰਾਈਬ ਕਰੇ, ਉਹਦੇ ਬਾਰੇ ਸਾਨੂੰ ਹੋਰ ਜ਼ਿਆਦਾ ਡਿਟੇਲ ਦੇਵੇ, ਉਹਨੂੰ ਅਸੀਂ ਐਡਵਰਬ ਕਹਿੰਦੇ ਹਾਂ। ਜਿਹੜੀ ਐਡਵਰਬ ਦੀ ਜਗ੍ਹਾ 'ਤੇ ਵਰਤੀ ਜਾਂਦੀ ਹੈ, ਮਤਲਬ ਇੱਕ ਸ਼ਬਦ, ਇੱਕ ਵਰਡ ਨਾਲ ਨਹੀਂ ਸਰ ਰਿਹਾ, ਸਾਨੂੰ ਜ਼ਿਆਦਾ ਵਰਡ ਯੂਜ਼ ਕਰਨੇ ਪੈ ਰਹੇ ਨੇ, ਤਾਂ ਅਸੀਂ ਕਲੌਜ਼ ਬਣ ਜਾਂਦੀ ਹੈ, ਠੀਕ ਹੈ। ਤਾਂ ਉੱਥੇ ਅਸੀਂ ਐਡਵਰਬ ਦੀ ਜਗ੍ਹਾ ਕੀ ਯੂਜ਼ ਕਰ ਲੈਂਦੇ ਹਾਂ? ਐਡਵਰਬ ਕਲੌਜ਼। ਸੇਮ ਇਸ ਤਰ੍ਹਾਂ ਹੀ ਨਾउन 'ਚ ਹੁੰਦਾ ਹੈ, ਨਾउन ਕਲੌਜ਼ ਦੇ ਵਿੱਚ ਹੁੰਦਾ। ਅਗਰ ਇੱਕ ਨਾउन ਨਾਲ ਨਹੀਂ ਕੰਮ ਬਣਦਾ ਤਾਂ ਅਸੀਂ ਨਾउन ਦੇ ਕਲੌਜ਼ ਲਗਾ ਦਿੰਦੇ ਹਾਂ, ਜਿਸ ਨੂੰ ਅਸੀਂ ਨਾउन ਕਲੌਜ਼ ਕਹਿੰਦੇ ਹਾਂ। ਅਗਰ ਇੱਕ ਐਡਜੈਕਟਿਵ ਨਾਲ ਕੰਮ ਨਹੀਂ ਬਣਦਾ ਤਾਂ ਅਸੀਂ ਇੱਕ ਕਲੌਜ਼ ਲਗਾ ਦਿੰਦੇ ਹਾਂ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਐਡਜੈਕਟਿਵ ਕਲੌਜ਼, ਠੀਕ ਹੈ ਜੀ। ਅੱਗੇ ਦੇਖੋ ਜੀ, ਇਹ ਤੁਹਾਨੂੰ ਸਮਝ ਲੱਗ ਗਈ। ਅੱਗੇ ਦੇਖਦੇ ਹਾਂ, ਐਗਜ਼ਾਮਪਲਸ ਦੇ ਥਰੂ ਸਮਝਦੇ ਹਾਂ। ਕਹਿੰਦੇ ਬਿਫੋਰ ਵੀ ਗੋ ਔਨ ਵੈਕੇਸ਼ਨ, ਵੈਕੇਸ਼ਨ ਤੇ ਜਾਣ ਤੋਂ ਪਹਿਲਾਂ ਵੀ ਮਸਟ ਬੁੱਕ ਦਾ ਟਿਕਟ, ਸਾਨੂੰ ਬੁੱਕ ਕਰ ਦੇਣੀਆਂ ਚਾਹੀਦੀਆਂ ਨੇ ਟਿਕਟਸ। ਅਗਰ ਹੁਣ ਧਿਆਨ ਨਾਲ ਦੇਖੋ, ਇਹਦੇ ਵਿੱਚ ਇੱਕ ਸਬਜੈਕਟ ਵੀ ਹੈ, ਇੱਕ ਵਰਬ ਵੀ ਹੈ, ਠੀਕ ਹੈ ਜੀ। ਬੁੱਕ ਦਾ ਟਿਕਟਸ ਤਾਂ ਸਾਨੂੰ ਪ੍ਰੋਪਰ ਮੀਨਿੰਗ ਵੀ ਮਿਲ ਰਿਹਾ, ਇੰਡੀਪੈਂਡੈਂਟ ਕਲੌਜ਼ ਆਏ। ਬਟ ਬਿਫੋਰ ਵੀ ਗੋ ਔਨ ਵੈਕੇਸ਼ਨ, ਕੀ ਸਾਨੂੰ ਪ੍ਰੋਪਰ ਮੀਨਿੰਗ ਮਿਲ ਰਿਹਾ? ਨਹੀਂ ਮਿਲ ਰਿਹਾ। ਇਹ ਕਿਹੜੀ ਕਲੌਜ਼ ਆ?
डिपेंडेंट क्लॉज है। अगर देखा जाए सब्जैक्ट वर्ब है बट की है डिपेंडेंट क्लॉज है, पर उस नाल क्यों इसके अगे बिफोर लग्या, किसी टाइम की गल हो रही है, किसी टाइम की गल हो रही है अपने नाल, ठीक है। कहते उत्थे जान तो पहला, तो उत्थे जान तो पहला आपां किसी ये कही जाती है, तो आपां नूं किसी नाउन या प्रनाउन की आपां विशेषता उन्होंने डिस्क्राइब नहीं कर रहे, किसी समय नूं दस रहे हैं, दर्शा रहे हैं, ठीक है, वर्ब नूं दर्शा रहे हैं, ਜਾਂ ਇਹ कहो ਜਾਂ ਆਪਾਂ ਕਿਸੇ ਐਡਵਰਬ ਨੂੰ ਦਰਸਾ ਰਹੇ ਹਾਂ ਜਾਂ ਫਿਰ ਕਿਸੇ ਐਡਜੈਕਟਿਵ ਨੂੰ ਦਰਸਾ ਰਹੇ ਹਾਂ, ਤਾਂ ਆਪਾਂ ਯੂਜ਼ ਕਰਦੇ ਹਾਂ ਐਡਵਰਬ ਕਲੌਜ਼। ਅੱਗੇ ਦੇਖੋ ਵਨਸ ਦੇ ਸਾ ਦ ਕਾਰ ਕਮਿੰਗ, ਇੱਕ ਵਾਰ ਉਹਨਾਂ ਨੇ ਦੇਖਿਆ ਕਾਰ ਆਉਂਦੀ ਹੋਈ, ਇੱਕ ਵਾਰ ਦੇਖੀ। ਦ ਬਰਡਸ ਫਲਿਊ ਅਵੇ ਫਰੋਮ ਦ ਰੋਡ, ਪੰਛੀ ਰੋਡ ਤੋਂ ਉੱਡ ਗਏ, ਠੀਕ ਹੈ ਜੀ। ਜਦੋਂ ਹੀ ਇੱਕ ਵਾਰ ਉਹਨਾਂ ਨੇ ਕਾਰ ਨੂੰ ਆਉਂਦੇ ਦੇਖਿਆ ਤਾਂ ਉਹ ਪੰਛੀ ਸੀ ਜਿਹੜੇ ਉੱਡ ਗਏ। ਅੱਗੇ ਦੇਖੋ ਅਨਲੈਸ ਯੂ ਰਨ ਫਾਸਟ, जब तक तुसी तेज नहीं दौड़ोगे यू विल मिस द बस। यू विल मिस द बस ऑलरेडी एक इंडिपेंडेंट क्लॉज है, क्योंकि आपको मीनिंग दे रही है, तुसी बस मिस कर दोगे। अनटिल यू रन फास्ट, अनलैस यू रन फास्ट, जब तक तुसी भज नहीं तेज भजते, कोई मीनिंग ही नहीं है। तो यह जी डिपेंडेंट क्लॉज है, इस इंडिपेंडेंट क्लॉज नाल मिल के आपको मीनिंग दे रही है। बट ये किसी आपनू जद तक कोई कंडीशन दस रही है आपनू कि जब तक तुसी इदां नहीं करते, जदों आपनू कंडीशन देन लग जान, तो यदा मतलब ये एडवर्ब क्लॉज है, क्योंकि कंडीशन किसी नाउन क्लॉज च नहीं मिलती आपनू। अगे आपां इहदे बारे डिटेल च पढ़दे हां। वेट, तुसी एक एग्जाम्पल नाल देखो। तो कहते जिहड़ी एडवर्ब क्लॉज हुंदी है वो एक कंडीशन हुंदी है, ਉਹਦੇ मतलब ਉਹਦੇ ਕੰਮ ਕੀ ਨੇ, ਆਪਾਂ ਇਹ ਕਹੀਏ ਕਿ ਉਹ ਕਿਵੇਂ ਕੰਮ ਕਰਦੀ ਹੈ। ਕਦੀ ਉਹ ਕੰਡੀਸ਼ਨ ਦੇ ਤੌਰ 'ਤੇ ਕੰਮ ਕਰਦੀ ਹੈ। ਜਦੋਂ ਐਡਵਰਬ ਕਲੌਜ਼ ਕਿਸੇ ਕੰਡੀਸ਼ਨ ਦੇ ਤੌਰ 'ਤੇ ਕੰਮ ਕਰਦੀ ਹੈ, ਆਪਾਂ ਨੂੰ ਕੋਈ ਕੰਡੀਸ਼ਨ ਲਗਾਉਂਦੀ ਹੈ, ਤਾਂ ਉੱਥੇ ਇਹ ਵਰਡ ਆਪਾਂ ਨੂੰ ਯੂਜ਼ ਹੋ ਜਾਂਦੇ ਨੇ, ਜੋ ਆਪਾਂ ਧਿਆਨ 'ਚ ਰੱਖ ਸਕਦੇ ਹਾਂ। ਈਵਨ ਇਫ ਓਨਲੀ ਇਫ, ਅਨਲੈਸ, ਇਨ ਕੇਸ, ਇਹ ਵਰਡਸ ਯੂਜ਼ ਹੋ ਜਾਂਦੇ ਨੇ। ਮਤਲਬ ਸਾਨੂੰ ਕਿ ਜੇਕਰ ਤੁਸੀਂ ਇੱਦਾਂ ਈਵਨ ਇਫ ਇੱਦਾਂ ਹੋ ਜਾਂਦਾ ਤਾਂ ਕੰਡੀਸ਼ਨ ਲੱਗੀ। ਉਸ ਤੋਂ ਅੱਗੇ ਦੇਖੋ ਐਡਵਰਬ ਕਲੌਜ਼ ਜੋ ਹੈਗੀ ਉਹ ਪਲੇਸ ਦੀ ਤਰ੍ਹਾਂ, प्लेस ते अगर किसी प्लेस ਨੂੰ डिस्क्राइब करोगी, देखो एनीवेयर, वेयर, एवरीवेयर, वेरेवर, वो किसी प्लेस ਨੂੰ भी डिस्क्राइब कर रही है। एडवर्ब क्लॉज ऑफ टाइम, एडवर्ब क्लॉज ऑफ टाइम भी ਹੁੰਦੀਆਂ ਨੇ। अगर टाइम ਦੇ ਬਾਰੇ ਗੱਲ ਹੋਊਗੀ ਤਾਂ ਆਪਣੇ ਉਹਦੇ ਅੱਗੇ ਕੀ ਵਰਡ ਲੱਗੇ ਹੋਣਗੇ। आफ्टर लग्या हो सकता है, एज सून एज लिखा हो सकता है, बिफोर लिखा हो सकता है, वाई द टाइम, वंस, सिंस, जैसे कि आप हुणे एग्जाम्पल्स दे विच भी ये चीज़ां देख के आए हैं, ठीक है जी। अगे देखो अगर रीजन, किसी रीजन नाल रीजन आ रहा, विच कोई रीजन आ रहा, तां भी उत्थे जिहड़ी एडवर्ब क्लॉज की होगी वो एक रीजन होगी। जे रीजन आऊगा तो उत्थे की होना, उत्थे की वर्ड लगे होणगे, एज, बिकॉज, नाउ, डैट, सिंस। उस तो अगे देखो एडवर्ब क्लॉज ऑफ कंट्रास्ट, जिथे एडवर्ब क्लॉज कोई कंट्रास्ट बना रही है, ऑल दो, ईवन दो, वेयरएज, ये सारे वर्ड्स नाल की है एक कंट्रास्ट दे, अगर किसी दा कंट्रास्ट बन रहा तो उत्थे वर्ड्स लगे होणगे। अगर आपां कंपैरिजन कर रहे हैं, डिग्रीज का कंपैरिजन कर रहे हैं, एग्जैक्टिव का मतलब कि कर रहे हैं, दैन, एज, डैश डैश एज, सो एज, इदां दा कंपैरिजन हो रहा, ਤਾਂ भी एडवर्ब क्लॉज ही काम करती है। एडवर्ब क्लॉज ही काम करूगी प्लेस वर्ब, क्योंकि उन्हें तो किसी नाउन या प्रनाउन दे बारे दसना ही नहीं, उन्हें तो वर्ब बारे दसना है, एडवर्ब बारे दसना है, ठीक है जी। उन्हें आपां नूं एडजैक्टिव बारे दसना है। हाँ जी, अगे आ जाती है डियर फ्रेज। तो फ्रेज की है, सिर्फ एक आप झलक के तौर पर कह लो, अपने मन च कोई कन्फ्यूजन ना रहे कि क्लॉज एंड फ्रेज के विच की डिफरेंस है, वो एक करने के लिए आप फ्रेज बारे भी पढ़ांगे। तो क्लॉज तुहानूं पता है कि एक सबजैक्ट हुंदा, एक वर्ब हुंदा ही हुंदा, ठीक है जी। फ्रेज की होंगी है, ग्रुप ऑफ वर्ड डैट आर यूज टुगैदर, एक ग्रुप ऑफ वर्ड्स होंगी है जिहड़े वर्ड्स ने यूज किए आते हैं, इकट्ठे यूज किए आते हैं। इट डजंट इनकलूड सबजैक्ट वर्ब पेयरिंग, ये कोई सबजैक्ट एंड कोई वर्ब का पेयर नहीं होंदा। जरूरी नहीं कि एक सबजैक्ट होगा तो वर्ब होगा ही होगा, नो, जरूरी नहीं अगर वर्ब है सबजैक्ट होना, नो। आगे देखो इट्स नॉट डिपेंडेंटली मीनिंगफुल, इत्थे एम एक्सट्रा लग गई, हाँ जी। तो यह इंडिपेंडेंटली मीनिंगफुल नहीं होंगी, यह एक डिपेंड करती है, ऑलवेज डिपेंडेंट ही होंगी है, यह अपना मीनिंग डिपेंडेंट होके ही दिंदी है। हाँ जी, अगे चलते हैं जी, एग्जाम्पल्स थ्रू ही पता चलेगा जी, एग्जाम्पल्स नाल ही सीखांगे। तो देखो सब तो पहली एग्जाम्पल की है,
ਬਰਡਸ ਨੀਡ ਵਾਟਰ, ਪੰਛੀਆਂ ਨੂੰ ਪਾਣੀ ਦੀ ਲੋੜ ਹੈ, ਠੀਕ ਹੈ, ਲੋੜ ਹੁੰਦੀ ਹੈ। ਬਟ ਅਗਰ ਇਹਦੇ ਵਿੱਚੋਂ ਆਪਾਂ ਵਰਡਸ ਕੱਟ ਦਈਏ, ਨੀਡ ਵਾਟਰ ਕੋਈ ਕੰਪਲੀਟ ਹੈ? ਨੋ ਨਹੀਂ ਹੈ ਨਾ। ਤਾਂ ਬਰਡਸ ਇੱਥੇ ਨਾਊਨ ਹੈ, ਤਾਂ ਬਰਡਸ ਇੱਕ ਨਾਊਨ ਦੇ ਤੌਰ 'ਤੇ ਕੰਮ ਕਰ ਰਹੇ ਨੇ ਨਾ, ਤਾਂ ਇਹ ਕਿਹੜੀ ਫਰੇਜ਼ ਹੋ ਗਈ? ਨਾਊਨ ਫਰੇਜ਼। ਕਿਹੜੀ ਫਰੇਜ਼ ਹੋ ਗਈ ਇਹ? ਨਾਊਨ ਫਰੇਜ਼ ਹੋ ਗਈ। ਅੱਗੇ ਦੇਖੋ, ਜੌਨ ਇਜ਼ ਸਪੋਰਟਿਵ ਮੈਨ। ਅਗਰ ਆਪਾਂ ਇਸ ਨੂੰ ਪੂਰਾ ਪੜਾਂਗੇ ਕਿ ਜਿਹੜਾ ਜੌਨ ਆ ਉਹ ਬਹੁਤ ਸਪੋਰਟਿਵ ਹੈ, ਠੀਕ ਹੈ, ਉਹ ਇੱਕ ਸਪੋਰਟਿਵ ਮੈਨ ਆ। ਬਟ ਅਗਰ ਆਪਾਂ ਜੌਨ ਇਜ਼ ਪੜ੍ਹੀਏ ਇਕੱਲਾ, ਜੌਨ ਇਜ਼ ਕੀ? ਨੋ, ਕੋਈ ਮੀਨਿੰਗ ਨਹੀਂ। ਬਟ ਅਗਰ ਆਪਾਂ ਉਸ ਦੇ ਨਾਲ ਸਪੋਰਟਿਵ ਮੈਨ ਲਗਾਤਾ ਤਾਂ ਉਹ ਆਪਾਂ ਨੂੰ ਡਿਸਕ੍ਰਾਈਬ ਕਰ ਰਿਹਾ ਹੈ, ਤਾਂ ਇਟ ਮੀਨਸ ਕੀ ਆ? ਸਪੋਰਟਿਵ ਮੈਨ ਵੀ ਆਪਾਂ ਅਗਰ ਦੇਖੀਏ ਇੱਕ ਫਰੇਜ਼ ਆ, ਸਪੋਰਟਿਵ ਮੈਨ ਵੀ ਆਪਾਂ ਨੂੰ ਕੋਈ ਦੇ ਨਹੀਂ ਨਾ ਰਹੀ ਪੂਰਾ ਮੀਨਿੰਗ, ਤਾਂ ਇੱਕ ਫਰੇਜ਼ ਹੈ ਜਿਸ ਨੂੰ ਆਪਾਂ ਕਿਸੇ ਨਾਲ ਲਗਾ ਕੇ ਹੀ ਆਪਣਾ ਜਿਹੜਾ ਕੀ ਹੈ ਇਹ ਮੀਨਿੰਗ ਦੇਵੇਗੀ। ਵੈਰੀ ਸਲੋਲੀ। ਬਟ ਦੇਖੋ, ਸਪੋਰਟਿਵ ਮੈਨ ਜੌਨ ਦੇ ਬਾਰੇ ਗੱਲ ਕਰ ਰਿਹਾ, ਉਹਦੀ ਵਿਸ਼ੇਸ਼ਤਾ ਦੱਸ ਰਿਹਾ ਕਿ ਜੌਨ ਸਪੋਰਟਿਵ ਹੈ। ਜਿਹੜੀ ਵਿਸ਼ੇਸ਼ਤਾ ਦੱਸਿਓ ਕੀ ਹੁੰਦੀ ਹੈ? ਐਡਜੈਕਟਿਵ ਹੁੰਦੀ ਹੈ। ਤਾਂ ਐਡਜੈਕਟਿਵ ਹੁੰਦੀ ਹੈ ਤਾਂ ਕਿਹੜੀ ਫਰੇਜ਼ ਬਣ ਗਈ ਫਿਰ? ਐਡਜੈਕਟਿਵ ਫਰੇਜ਼ ਬਣ ਗਈ। ਅੱਗੇ ਦੇਖੋ, ਹੀ ਵਰਕਸ ਵੈਰੀ ਸਲੋਲੀ। ਉਹ ਹੌਲੀ ਹੌਲੀ ਕੰਮ ਕਰਦਾ ਹੈ, ਉਹ ਕੰਮ ਬਹੁਤ ਹੌਲੀ ਕਰਦਾ ਹੈ। ਤਾਂ ਹੁਣ ਤੁਸੀਂ ਦੇਖੋ, ਇਹ ਕੰਮ ਦੀ ਗੱਲ ਕਰ ਰਿਹਾ ਨਾ, ਉਹਦੀ ਤਾਂ ਨਹੀਂ ਕਰ ਰਿਹਾ। ਉਹ ਕੰਮ ਹੌਲੀ ਕਰਦਾ। ਕੰਮ ਕਿਵੇਂ ਕਰਦਾ? ਹੌਲੀ ਕਰਦਾ। ਕੰਮ ਦੀ ਵਿਸ਼ੇਸ਼ਤਾ ਦੱਸ ਰਿਹਾ, ਮਤਲਬ ਵਰਬ ਦੀ ਵਿਸ਼ੇਸ਼ਤਾ ਦੱਸ ਰਿਹਾ। ਤਾਂ ਇਟ ਮੀਨਸ ਇਹ ਕੀ ਬਣ ਗਿਆ? ਐਡਵਰਬ ਹੋ ਗਿਆ, ਕਿਉਂਕਿ ਇਹ ਵਰਬ ਦੇ ਬਾਰੇ ਆਪਾਂ ਨੂੰ ਖੋਲ ਕੇ ਦੱਸ ਰਿਹਾ ਹੈ, ਤਾਂ ਐਡਵਰਬ ਹੋ ਗਿਆ। ਤਾਂ ਇਹ ਕਿਹੜੀ ਫਰੇਜ਼ ਬਣ ਗਈ? ਐਡਵਰਬ ਫਰੇਜ਼। ਅਗਰ ਆਪਾਂ ਦੇਖੀਏ ਹੀ ਵਰਕਸ ਵੈਰੀ ਸਲੋਲੀ ਦੇ ਵਿੱਚ, ਅਗਰ ਆਪਾਂ ਵੈਰੀ ਸਲੋਲੀ ਕਰੀਏ ਤਾਂ ਕੋਈ ਮੀਨਿੰਗ ਨਹੀਂ ਨਿਕਲਦਾ ਨਾ। ਤਾਂ ਇਟ ਮੀਨਸ ਇਹ ਕੀ ਆ? ਹੀ ਵਰਕਸ ਇਸ ਦੇ ਅੱਗੇ ਜ਼ਰੂਰੀ ਹੈ। ਅੱਗੇ ਦੇਖੋ, ਇਨ ਦ ਐਂਡ ਵੀ ਆਲ ਹੈਵ ਡਾਈ। ਕੋਈ ਇਨ ਦਾ ਐਂਡ ਅਗਰ ਆਪਾਂ ਪੜਾਂਗੇ ਤਾਂ ਕੋਈ ਮੀਨਿੰਗ ਹੈ? ਨਹੀਂ ਹੈ। ਇਨ ਦਾ ਐਂਡ ਕੋਈ ਮੀਨਿੰਗ ਨਹੀਂ ਹੈ। ਤਾਂ ਵੀ ਆਲ ਹੈਵ ਡਾਈ ਅਗਰ ਆਪਾਂ ਇਸ ਦੇ ਨਾਲ ਲਗਾਤਾ ਤਾਂ ਇਸ ਦਾ ਇੱਕ ਪ੍ਰੋਪਰ ਮੀਨਿੰਗ ਬਣਦਾ ਕਿ ਐਂਡ ਦੇ ਵਿੱਚ ਅਸੀਂ ਸਭ ਨੇ ਖਤਮ ਹੋ ਹੀ ਜਾਣਾ ਹੈ, ਠੀਕ ਹੈ ਜੀ, ਹੋਣਾ ਹੀ ਹੈ। ਤਾਂ ਇੱਕ ਫੈਕਟ ਹੈ। ਤਾਂ ਅਗਰ ਤੁਹਾਨੂੰ ਮਤਲਬ ਕਿ ਸਮਝ ਲੱਗਿਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਐਂਡ ਨੈਕਸਟ ਟੌਪਿਕ ਦੇ ਨਾਲ ਆਪਾਂ ਮਿਲਾਂਗੇ। ਨੈਕਸਟ ਟੌਪਿਕ ਦੇ ਵਿੱਚ, ਨੈਕਸਟ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਸੈਂਟੈਂਸ, ਜੋ ਕਿ ਬਹੁਤ ਹੀ ਮਤਲਬ ਕਿ ਤੁਹਾਡਾ ਮੇਨ ਟੌਪਿਕ ਹੈ, ਜਿਸ ਦੇ ਬਾਰੇ ਤੁਹਾਨੂੰ ਆਉਣਾ ਚਾਹੀਦਾ। ਥੈਂਕ ਯੂ ਵੈਰੀ ਮੱਚ।